ਸੋ ਦੇਖੋ ਅੱਜ ਆਪਣਾ ਨੈਕਸਟ ਟੌਪਿਕ ਹੈ ਬੱਚਾ ਪੋਜੀਸ਼ਨ ਐਂਡ ਇੰਟੈਂਸਿਟੀ ਆਫ ਦਾ ਬੈਂਡ। ਸੋ ਪਹਿਲਾਂ ਆਪਾਂ ਦੇਖਦੇ ਹਾਂ ਪੋਜੀਸ਼ਨ ਆਫ ਦਾ ਅਬਜ਼ੌਰਪਸ਼ਨ ਬੈਂਡ। ਤਾਂ ਕਹਿੰਦੇ ਕਿ ਡਿਪੈਂਡ ਕਰਦਾ ਹੈ ਕਿ ਕਿਹੜੇ ਟਾਈਪ ਦੇ ਮੋਲੀਕਿਊਲ ਪ੍ਰੈਜ਼ੈਂਟ ਬੌਂਡ ਪ੍ਰੈਜ਼ੈਂਟ ਆ ਮੋਲੀਕਿਊਲ ਦੇ ਵਿੱਚ, ਅਤੇ ਵੇਰੀਅਸ ਵੇਵਲੈਂਥ ਆਰ ਫਾਊਂਡ ਟੂ ਬੀ ਡਿਪੈਂਡ ਕਰਦਾ ਕਿ ਕਿਹੜੇ ਕਿਸ ਟਾਈਪ ਦੇ ਮੋਲੀਕਿਊਲ ਹੈ, ਅਤੇ ਉਹਦੇ ਉਸ ਮੋਲੀਕਿਊਲ ਦੇ ਅਕੋਰਡਿੰਗ ਹੀ ਆਪਣੇ ਕੋਲ ਕਿਆ ਹੈ ਵੇਵਲੈਂਥ ਦੀ ਅਬਜ਼ੌਰਪਸ਼ਨ ਹੋਏਗੀ ਇਨਫਰਾਰੈਡ ਸਪੈਕਟਰ ਦੇ। ਇਨਫਰਾਰੈਡ ਸਪੈਕਟਰ ਦੇ ਵਿੱਚ ਬਹੁਤ ਸਾਰੇ ਕੰਪਾਊਂਡ ਦੀ ਅਬਜ਼ੌਰਪਸ਼ਨ ਹੁੰਦੀ ਹੈ, ਠੀਕ ਹੈ। ਬਹੁਤ ਸਾਰੇ ਮੋਲੀਕਿਊਲਸ ਹੁੰਦੇ ਨੇ, ਠੀਕ ਹੈ, ਜਿਹੜੇ ਬੈਂਡ ਬਣਾਉਂਦੇ ਨੇ, ਠੀਕ ਹੈ। ਸੋ ਪੋਜੀਸ਼ਨ ਆਫ ਦਾ ਅਬਜ਼ੌਰਪਸ਼ਨ ਬੈਂਡ ਡਿਪੈਂਡ ਅਪੋਨ ਦਾ ਨੇਚਰ ਆਫ ਦਾ ਬੌਂਡ ਔਰ ਗਰੁੱਪ। ਕਿਹਦੇ ਪਰ ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦਾ ਨੇਚਰ ਬੌਂਡ ਹੈ ਅਤੇ ਕਿਸ ਤਰ੍ਹਾਂ ਦੇ ਗਰੁੱਪ ਅਟੈਚ ਹੈ ਉਸ ਕੰਪਾਊਂਡ ਦੇ ਵਿੱਚ। ਅਬਜ਼ੌਰਪਸ਼ਨ ਬੈਂਡ ਕਰੈਕਟਰਿਸਟਿਕ ਦਾ ਪਰਟੀਕੂਲਰ ਬੌਂਡ ਐਂਡ ਦਾ ਗਰੁੱਪ ਇੰਡੀਕੇਟ ਦ ਪ੍ਰੈਜ਼ੈਂਸ ਆਫ ਦੈਟ ਬੌਂਡ ਐਂਡ ਦਾ ਗਰੁੱਪ ਇਨ ਦਾ ਮੋਲੀਕਿਊਲ। ਜਿਹੜੇ ਅਬਜ਼ੌਰਪਸ਼ਨ ਬੈਂਡ ਆਉਂਦੇ ਨੇ ਉਹ ਇਹ ਦੱਸਦੇ ਨੇ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦਾ ਬੌਂਡ ਹੈ ਔਰ ਕਿਸ ਤਰ੍ਹਾਂ ਦੇ ਗਰੁੱਪ ਪ੍ਰੈਜ਼ੈਂਟ ਹੈ ਮੋਲੀਕਿਊਲ ਦੇ ਵਿੱਚ। ਫੋਰ ਐਗਜ਼ਾਮਪਲ ਜਦੋਂ ਆਪਾਂ ਗੱਲ ਕਰੀਏ ਇਹਨਾਂ ਨੇ ਫਿਗਰ 2.6 ਦਿਸ ਵਨ, ਜਦੋਂ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਇੱਕ ਆਪਣੇ ਕੋਲ ਅਬਜ਼ੌਰਪਸ਼ਨ ਕਿ ਦੇਖੋ ਜਿਹੜਾ ਇਹ ਵਾਲਾ ਬੈਂਡ ਆਇਆ ਹੈ, ਠੀਕ ਹੈ, ਤਾਂ ਇਹਦਾ ਇਹ ਮਤਲਬ ਹੈ ਕਿ ਇਸ ਪੋਜੀਸ਼ਨ ਦੇ ਉੱਪਰ ਕਿਆ ਆਪਣੇ ਕੋਲ OH ਗਰੁੱਪ ਪ੍ਰੈਜ਼ੈਂਟ ਹੈਗਾ ਹੈ, ਠੀਕ ਹੈ। ਸੋ OH ਗਰੁੱਪ ਪ੍ਰੈਜ਼ੈਂਟ ਹੈ, ਠੀਕ ਹੈ। ਇੱਕ ਆਪਣੇ ਕੋਲ OH ਬੈਂਡ ਆਇਆ, ਇੱਕ OH ਸਟ੍ਰੈਚਿੰਗ ਆਈ ਹੈ। ਸੋ ਦੇਖੋ ਇਹ ਕਿ ਉਹਨਾਂ ਨੇ ਕਹਿੰਦੇ ਫॉर एग्जांपल द स्पेक्ट्रल रिकॉर्ड इन द फिगर 2.6 द पोजीशन द अब्जॉर्प्शन बैंड इज एट 3 माइक्रोमीटर यानी कि 3 सेंटीमीटर पर सेकेंड क्लीयरली एस्टैब्लिश द प्रेजेंस ऑफ हाइड्रोक्सी ग्रुप इन द मॉलिक्यूल। तो ये ਆਪਾਂ ਨੂੰ ਪਤਾ ਲੱਗ ਗਿਆ ਕਿ ਕਲੀਅਰਲੀ ਆਪਣੇ ਕੋਲ ਕਿਹੜਾ ਗਰੁੱਪ ਪ੍ਰੈਜ਼ੈਂਟ ਹੈ, ਹਾਈਡਰੋਕਸੀ OH ਗਰੁੱਪ ਪ੍ਰੈਜ਼ੈਂਟ ਹੈ, ਠੀਕ ਹੈ। ਸੋ ਉਹ ਕਹਿੰਦੇ ਕਿ ਆਪਣੇ ਕੋਲ ਦੋ ਤਰ੍ਹਾਂ ਦੀ ਅਬਜ਼ੌਰਪਸ਼ਨਸ ਆਉਂਦੀਆਂ ਨੇ ਇਨਫਰਾਰੈਡ ਦੇ ਵਿੱਚ, ਦੋ ਤਰ੍ਹਾਂ ਦੇ ਰੀਜ਼ਨ ਆਉਂਦੇ ਨੇ ਜਿਹਦੇ ਵਿੱਚ ਇਨਫਰਾਰੈਡ ਸਪੈਕਟਰਾ ਅਬਜ਼ੌਰਬ ਹੁੰਦਾ ਹੈ। ਫਸਟ ਆਫ ਆਲ ਹੈਗਾ ਫੰਕਸ਼ਨਲ ਗਰੁੱਪ ਔਰ ਦਾ ਰੀਜ਼ਨ। ਇਹਦੇ ਵਿੱਚ ਇਨ ਜਨਰਲ ਅਬਜ਼ੌਰਪਸ਼ਨ ਬੈਂਡ ਇਹਦੇ ਵਿੱਚ ਕਿੱਥੇ ਤੱਕ ਅਬਜ਼ੌਰਪਸ਼ਨ ਹੁੰਦੀ 2.5 to 8 ਮਾਈਕਰੋਮੀਟਰ ਤੱਕ ਹੁੰਦੀ ਹੈ, ਯਾਨੀ ਕਿ 4000 to 1250 ਸੈਂਟੀਮੀਟਰ ਤੱਕ ਹੁੰਦੀ ਹੈ। ਔਰ ਐਸੋਸੀਏਟ ਵਿਦ ਦ ਚੇਂਜ ਇਨ ਦਾ ਵਾਈਬ੍ਰੇਸ਼ਨਲ ਸਟੇਟ ਆਫ ਦ ਵੇਰੀਅਸ ਬੌਂਡ। ਇਹ ਕਿਸ ਚੀਜ਼ ਨਾਲ ਡੀਲ ਕਰਦੇ ਆ, ਚੇਂਜ ਇਨ ਦਾ vibrational state of the various bond ਦੇ ਨਾਲ, ਠੀਕ ਹੈ। Accordingly the reason is the characteristic of the type of the bond present and may be termed as the functional group reason in the infrared spectrum। ਇਹ ਰੀਜ਼ਨ ਮੇਨਲੀ ਆਪਾਂ ਨੂੰ ਕਿਆ ਦੱਸਦੇ ਕਿ ਕਿਸ ਟਾਈਪ ਦੇ ਬੌਂਡ ਪ੍ਰੈਜ਼ੈਂਟ ਹੈ, ਔਰ ਮੇ ਬੀ ਟਰਮ ਐਜ਼ ਦਾ ਫੰਕਸ਼ਨਲ ਗਰੁੱਪ ਰੀਜ਼ਨ ਇਨ ਦਾ ਇਨਫਰਾਰੈਡ। ਇਹ ਤਾਂ ਉਹਨਾਂ ਨੂੰ ਕਿਆ ਕਿਹਾ ਜਾਂਦਾ ਹੈ, ਫੰਕਸ਼ਨਲ ਗਰੁੱਪ ਰੀਜ਼ਨ। ਦੂਸਰਾ ਆਉਂਦਾ ਫਿੰਗਰਪ੍ਰਿੰਟ ਰੀਜ਼ਨ। ਅਬਜ਼ੌਰਪਸ਼ਨ ਬੈਂਡ ਇਨ ਦਾ ਰੀਜ਼ਨ ਫਰਮ 8 ਮਾਈਕਰੋਮੀਟਰ ਤੋਂ ਘੱਟ, ਠੀਕ ਹੈ, ਲੈਸ ਦੈਨ ਜਿਹੜੇ 8 ਮਾਈਕਰੋਮੀਟਰ ਤੋਂ ਬਾਅਦ ਵਾਲੇ ਹੋਣਗੇ, ਲੈਸ ਦੈਨ 1250 ਸੈਂਟੀਮੀਟਰ ਪਰ ਇਨਵਰਸ ਆਰ ਜਨਰਲੀ ਐਸੋਸੀਏਟਿਡ ਵਿਦ ਦਾ ਕੰਪਲੈਕਸ ਵਾਈਬ੍ਰੇਸ਼ਨ ਐਂਡ ਰੋਟੇਸ਼ਨਲ એનર્ਜੀ ਚੇਂਜਸ ਇਨ ਦਾ ਮੋਲੀਕਿਊਲ ਐਜ਼ ਅ ਹੋਲ। ਪੂਰੇ ਦੇ ਪੂਰੇ ਮੋਲੀਕਿਊਲ ਦੀ ਦੱਸਦੇ ਆ। ਇੱਕ ਤਾਂ ਆਪਾਂ ਨੂੰ ਇਕੱਲੇ ਬੌਂਡ ਦਾ ਦੱਸਤਾ ਉਹਨਾਂ ਨੇ, ਉਹ ਫਿੰਗਰਪ੍ਰਿੰਟ ਫੰਕਸ਼ਨਲ ਗਰੁੱਪ ਰੀਜ਼ਨ ਹੋ ਗਿਆ। ਦੂਸਰਾ ਆਪਾਂ ਨੂੰ ਪੂਰੇ ਦਾ ਪੂਰਾ ਮੋਲੀਕਿਊਲ ਬਾਰੇ ਪਤਾ ਲੱਗਦਾ, ਉਹ ਫਿੰਗਰਪ੍ਰਿੰਟ ਰੀਜ਼ਨ ਤੋਂ ਪਤਾ ਲੱਗਦਾ। ਦ ਰੀਜ਼ਨ ਇਜ਼ ਵੈਰੀ ਯੂਜ਼ਫੁਲ ਟੂ ਐਸਟੈਬਲਿਸ਼ ਵਾਈ ਦ ਟੂ ਕੰਪਾਊਂਡ ਆਈਡੈਂਟੀਕਲ ਔਰ ਡਿਫਰੈਂਟ ਫਰਮ ਈਚ ਅਦਰ। ਹੁਣ ਦੇਖੋ ਜਿਵੇਂ ਆਪਾਂ ਨੂੰ ਪਤਾ ਹੈ ਕਿ ਕਿਸੇ ਦੇ ਦੋ ਇਨਸਾਨਾਂ ਦੇ ਫਿੰਗਰਪ੍ਰਿੰਟ ਇੱਕ ਨਹੀਂ ਹੋ ਸਕਦੇ, ਠੀਕ ਹੈ। ਇਸੇ ਤਰ੍ਹਾਂ ਕਿਸੇ ਵੀ ਦੋ ਡਿਫਰੈਂਟ ਕੰਪਾਊਂਡ ਦਾ ਸਪੈਕਟਰਾ ਕਦੀ ਵੀ ਇੱਕ ਨਹੀਂ ਹੋ ਸਕਦਾ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਨੂੰ ਫਿੰਗਰਪ੍ਰਿੰਟ ਰੀਜ਼ਨ ਕਿਹਾ ਗਿਆ, ਕਿਉਂਕਿ ਫਿੰਗਰਪ੍ਰਿੰਟ ਕਦੀ ਵੀ ਦੋ ਇਨਸਾਨਾਂ ਦੇ ਸੇਮ ਨਹੀਂ ਹੁੰਦੇ, ਹਮੇਸ਼ਾ ਕਿਆ ਹੁੰਦੇ ਆ, ਅਲੱਗ-ਅਲੱਗ ਹੁੰਦੇ ਆ। ਸੋ ਉਹਨਾਂ ਨੇ ਇਹੀ ਕਿਹਾ ਕਿ ਕਹਿੰਦੇ ਕਦੇ ਵੀ ਦੋ ਕੰਪਾਊਂਡ ਹੈ, ਜੇ ਤਾਂ ਆਇਡੈਂਟੀਕਲ ਹੈ ਤਾਂ ਆਇਡੈਂਟੀਕਲ ਸਪੈਕਟਰਾ ਆਏਗਾ, ਅਗਰ ਸੇਮ ਕੰਪਾਊਂਡ ਅਗਰ ਡਿਫਰੈਂਟ ਕੰਪਾਊਂਡ ਹੈ ਤਾਂ ਡਿਫਰੈਂਟ ਸਪੈਕਟਰਾ ਆਏਗਾ। There are so many absorption band in the fingerprint region that no two compound, howsoever closely related, can be identical in IR spectrum all detail including intensity। ਕਹਿੰਦੇ ਬਹੁਤ ਸਾਰੇ ਐਵੇਂ ਤਾਂ absorption bands ਹੁੰਦੇ ਨੇ ਜਿਨ੍ਹਾਂ ਵਿੱਚ ਦੋ molecule fingerprint region of the no two compound however so ਚਾਹੇ ਉਹ ਬਹੁਤ ਜ਼ਿਆਦਾ closely ਹੋਣ ਕਿ ਉਹਨਾਂ 'ਚ ਬਹੁਤ ਥੋੜਾ ਫਰਕ ਹੋਵੇ, ਪਰ ਫਰਕ ਤਾਂ ਹੋਏਗਾ ਹੀ ਹੋਏਗਾ, ਠੀਕ ਹੈ, ਦੋ ਕੰਪਾਊਂਡਸ ਦੇ ਵਿੱਚ ਅਗਰ ਡਿਫਰੈਂਟ ਹੈ, ਠੀਕ। ਔਨ ਦਾ ਅਦਰ ਹੈਂਡ ਇਫ ਦ ਟੂ ਗਿਵਨ ਸੈਂਪਲ ਹੈਵ ਐਗਜ਼ੈਕਟਲੀ ਦ ਸੇਮ ਅਗਰ ਉਹਦਾ ਸੇਮ ਇਨਫਰਾਰੈਡ ਸਪੈਕਟਰ ਆ ਗਿਆ, ਦੈਟ ਮੀਨਸ ਆਪਣੇ ਕੋਲ ਕਿਆ ਹੈ, ਉਹ ਕੰਪਾਊਂਡ ਕਿਆ ਆਇਡੈਂਟੀਕਲ। ਅਗਰ ਡਿਫਰੈਂਟ ਆਉਂਦਾ ਹੈ, ਇੱਕ ਤਾਂ ਤੁਹਾਨੂੰ ਪਤਾ ਹੈ, ਠੀਕ ਹੈ, ਕਿ ਆਪਣੇ ਕੋਲ ਲਾਈਕ ਦਿਸ ਆ ਤੁਹਾਨੂੰ ਪਤਾ ਹੈ, ਠੀਕ ਹੈ, ਵੀ ਇਹ ਕਿਸੇ ਕੰਪਾਊਂਡ ਦਾ ਸਪੈਕਟਰਾ ਹੈਗਾ ਹੈ ਆਪਣੇ ਕੋਲ। ਅਗਰ ਸੇਮ ਇਸੇ ਤਰ੍ਹਾਂ ਆਇਡੈਂਟੀਕਲ ਸਪੈਕਟਰਾ ਆ ਗਿਆ, ਦੈਟ ਮੀਨਸ ਇਹ ਕੰਪਾਊਂਡ ਵੀ ਇਸੇ ਕੰਪਾਊਂਡ ਦੇ ਨਾਲ ਸਿਮਿਲਰ ਹੋਏਗਾ। ਇਹ ਕੰਪਾਊਂਡ ਹੈਗਾ CH3 CH2OH ਦਾ ਸਪੈਕਟਰਾ ਹੈਗਾ, ਠੀਕ ਹੈ, ਇਥੇਨੋਲ ਦਾ ਸਪੈਕਟਰਾ ਹੈ। ਅਗਰ ਇਹ ਸੇਮ ਅਗਰ ਦੂਸਰਾ ਕੰਪਾਊਂਡ ਵੀ ਤੁਸੀਂ ਅਨਨੋਨ ਕੰਪਾਊਂਡ ਤੁਹਾਡੇ ਕੋਲ ਇਥੇਨੋਲ ਹੈ ਤਾਂ ਉਹਦਾ ਸਪੈਕਟਰਾ ਸੇਮ ਆਏਗਾ। ਅਗਰ ਮਿਥੇਨੋਲ ਹੈ ਤਾਂ ਉਹਦਾ ਸਪੈਕਟਰਾ ਅਲੱਗ ਹੈ, ਕਿਉਂਕਿ ਉਹਦੇ ਵਿੱਚ ਕਿਆ ਫੰਕਸ਼ਨਲ ਗਰੁੱਪ ਦੀ ਡਿਫਰੈਂਸ ਹੋਏਗਾ। ਉਸ ਤੋਂ ਬਾਅਦ ਇੰਟੈਂਸਿਟੀ ਆਫ ਦ ਅਬਜ਼ੌਰਪਸ਼ਨ ਬੈਂਡ। ਹੁਣ ਕਹਿੰਦੇ ਜਿਹੜੇ ਡਿਫਰੈਂਟ ਅਬਜ਼ੌਰਪਸ਼ਨ ਬੈਂਡ ਇਨ ਦ ਇਨਫਰਾਰੈਡ ਸਪੈਕਟਰ ਹੈਵ ਡਿਫਰੈਂਟ ਇੰਟੈਂਸਿਟੀ, ਸਭ ਦੀ ਡਿਫਰੈਂਟ ਇੰਟੈਂਸਿਟੀਜ਼ ਹੈ। ਦ ਇੰਟੈਂਸਿਟੀ ਆਫ ਅਬਜ਼ੌਰਪਸ਼ਨ ਬੈਂਡ ਇਜ਼ ਮੇਨਲੀ ਡਿਪੈਂਡ ਅਪਨ ਦ ਮੈਗਨੀਟਿਊਡ ਆਫ ਚੇਂਜ ਇਨ ਦ ਡਾਇਪੋਲ ਮੂਵਮੈਂਟ।
ਤਾਂ ਕਿਹਦੇ ਪਰ ਡਿਪੈਂਡ ਕਰਦੀ ਹੈ, ਇੰਟੈਂਸਿਟੀ ਚੇਂਜ ਇਨ ਦ ਡਾਇਪੋਲ ਮੂਵਮੈਂਟ ਦੇ ਉੱਪਰ। The more the polar character of the bond, the greater change in the dipole moment and greater the intensity of the bond। ਜਿੰਨਾ ਜ਼ਿਆਦਾ ਕੰਪਾਊਂਡ ਬੌਂਡ ਪੋਲਰ ਹੋਏਗਾ ਉਨਾ ਹੀ ਜ਼ਿਆਦਾ ਚੇਂਜ ਆਏਗਾ ਡਾਇਪੋਲ ਮੂਵਮੈਂਟ ਦੇ ਵਿੱਚ, ਉਨਾ ਹੀ ਜ਼ਿਆਦਾ ਕਿਆ ਹੋਏਗਾ, ਇੰਟੈਂਸਿਟੀ ਜ਼ਿਆਦਾ ਹੋਏਗੀ। For example, carbonyl group has a much higher dipole moment than carbon-carbon double bond, and therefore it gives rise the stretching absorption band of the so much high intensity than carbon-carbon double bond stretching absorption band। ਸੋ ਕਹਿੰਦੇ ਕਿ ਦੇਖੋ ਜਿਵੇਂ ਕਾਰਬੋਨਿਲ ਗਰੁੱਪ ਹੈ, ਤਾਂ ਕਾਰਬੋਨਿਲ ਗਰੁੱਪ ਦੇ ਵਿੱਚ ਡਾਇਪੋਲ ਮੂਵਮੈਂਟ ਬਹੁਤ ਜ਼ਿਆਦਾ ਹੁੰਦੀ ਹੈ, ਠੀਕ ਹੈ, ਕਿਉਂਕਿ ਉਹਦੇ ਵਿੱਚ ਇੱਕ ਇਲੈਕਟ੍ਰੋਨੈਗੇਟਿਵ ਐਲੀਮੈਂਟ ਲੱਗਿਆ ਹੁੰਦਾ ਹੈ। ਸੋ ਤਾਂ ਉਹ ਕਹਿੰਦੇ ਕਾਰਬਨ ਗਰੁੱਪ ਮਚ ਹਾਇਰ ਡਾਇਪੋਲ ਮੂਵਮੈਂਟ ਦੈਨ ਕਾਰਬਨ ਡਬਲ ਬੌਂਡ ਐਂਡ देयरफॉर ਇਟ ਗਿਵ ਰਾਈਜ਼ ਦ ਸਟ੍ਰੈਚਿੰਗ ਅਬਜ਼ੌਰਪਸ਼ਨ ਬੈਂਡ ਆਫ ਦ ਸੋ ਮਚ ਹਾਇਰ ਇੰਟੈਂਸਿਟੀ ਦੈਨ ਕਾਰਬਨ ਡਬਲ ਬੌਂਡ। ਸੋ ਕਾਰਬਨ ਡਬਲ ਬੌਂਡ ਜ਼ਿਆਦਾ ਪੋਲਰ ਨਹੀਂ ਹੁੰਦਾ ਕਿਉਂਕਿ ਉਹਦੇ ਵਿੱਚ ਕੋਈ ਇਲੈਕਟ੍ਰੋਨੈਗੇਟਿਵ ਐਲੀਮੈਂਟ ਨਹੀਂ ਲੱਗਿਆ ਹੁੰਦਾ। ਸੋ ਇਸ ਕਰਕੇ ਉਹ ਕਹਿੰਦੇ ਕਿ ਜਿਹੜਾ ਕਾਰਬਨ ਕੰਪਾਊਂਡ ਹੈ ਉਹਦੀ ਜਿਹੜੀ ਅਬਜ਼ੌਰਪਸ਼ਨ ਸਪੈਕਟਰਾ ਹੋਏਗਾ ਉਹ ਜ਼ਿਆਦਾ ਇੰਟੈਂਸ ਹੋਏਗਾ ਐਜ਼ ਕੰਪੇਅਰ ਟੂ ਕਾਰਬਨ ਡਬਲ ਬੌਂਡ ਦੇ। The intensity of absorption band is also increased to a small extent with increase in the concentration of the molecule in the sample and the number of absorption group in the molecule। ਜਿਹੜੀ intensity ਹੈ ਕਿਸੇ ਵੀ ਬੈਂਡ ਦੀ, ਕਿਸੇ ਵੀ ਕੰਪਾਊਂਡ ਦੀ ਜਿਹੜਾ absorption intensity ਹੈ, ਉਹ ਅਗਰ ਤੁਸੀਂ ਥੋੜੀ ਜਿਹੀ ਕੰਸਨਟ੍ਰੇਸ਼ਨ ਵੀ ਚੇਂਜ ਕਰ ਦੋਗੇ ਤਾਂ ਉਹਦੇ ਨਾਲ ਵੀ ਕਿਆ ਹੋਊਗੀ, ਚੇਂਜ ਹੋ ਜਾਊਗਾ। ਅਗਰ ਕੰਸਨਟ੍ਰੇਸ਼ਨ ਵਧਾ ਦੋਗੇ ਤਾਂ ਇੰਟੈਂਸਿਟੀ ਵੀ ਕਿਆ ਹੋਊਗੀ, ਇਨਕਰੀਜ਼ ਹੋਊਗੀ। ਅਗਰ ਤੁਸੀਂ ਡਿਲੂਸ਼ਨ ਕਰਦੇ ਜਾਓਗੇ ਤਾਂ ਇੰਟੈਂਸਿਟੀ ਵੀ ਕਿਆ ਹੁੰਦੀ ਜਾਏਗੀ, ਆਪਣੀ ਘਟਦੀ ਜਾਏਗੀ। ਉਸ ਤੋਂ ਬਾਅਦ ਦੇਖਦੇ ਆਪਾਂ ਫੈਕਟਰ ਇਨਫਲੂਐਂਸ ਦਾ ਵਾਈਬ੍ਰੇਸ਼ਨ। ਕਿਹੜੇ ਫੈਕਟਰ ਜਿਹੜੇ ਇਨਫਲੂਐਂਸ ਕਰਦੇ ਵਾਈਬ੍ਰੇਸ਼ਨਲ ਫ੍ਰੀਕੁਐਂਸੀ ਨੂੰ। फर्स्ट ऑफ ऑल इलेक्ट्रॉनिक इफेक्ट देखो, कहने कोई भी सब्सटीट्यूट है ਜਿਹੜਾ अगर when the substituent in the neighborhood of the particular group are changed, it bring about the change in the absorption frequency of the group due to electronic effects such as inductive effect or resonance effect। अगर अपने कोल कोई particular molecule है, ठीक है, ਉਸ ਮੋਲੀਕਿਊਲ ਦੇ ਵਿੱਚ ਜਿਹੜਾ ਨਾਲ ਮੋਲੀਕਿਊਲ ਦੇ ਨਾਲ ਕੋਈ ਸਬਸਟੀਟਿਊਸ਼ਨ ਲੱਗੀ ਆ, ਅਗਰ ਤੁਸੀਂ ਉਸ ਸਬਸਟੀਟਿਊਸ਼ਨ ਨੂੰ ਚੇਂਜ ਕਰ ਦੋਗੇ, ਸਬਸਟੀਟਿਊਸ਼ਨ ਦਾ ਮਤਲਬ ਸਮਝਦੇ ਹੋ ਕਿ ਕੋਈ ਵੀ ਗਰੁੱਪ ਲੈ ਜਾਏ, ਕਲੋਰੀਨ ਹੈ, ਬ੍ਰੋਮੀਨ ਹੈ, ਮਿਥਾਈਲ ਹੈ, ਐਲਕਾਈਲ ਹੈ, ਐਰੋਮੈਟਿਕ, ਕੋਈ ਵੀ ਗਰੁੱਪ ਲੱਗਿਆ ਨਾਲ ਬੌਂਡ ਕਿਸੇ ਚੀਜ਼ ਕੰਪਾਊਂਡ ਦੇ ਨਾਲ, ਅਗਰ ਉਹਦੇ ਕਹਿੰਦੇ ਗੁਆਂਢ ਦੇ ਵਿੱਚ ਕੋਈ ਗਰੁੱਪ ਪਾਰਟੀਕੂਲਰ ਗਰੁੱਪ ਲੱਗਿਆ ਤੇ ਉਹਨੂੰ ਤੁਸੀਂ ਚੇਂਜ ਕਰ ਦੋਗੇ ਤਾਂ ਉਸ ਗਰੁੱਪ ਦੇ ਚੇਂਜ ਹੋਣ ਦੇ ਨਾਲ ਅਬਜ਼ੌਰਪਸ਼ਨ ਫ੍ਰੀਕੁਐਂਸੀ ਦੇ ਵਿੱਚ ਵੀ ਚੇਂਜ ਆ ਜਾਏਗਾ। ਕਾਹਦੇ ਕਿਸ ਕਰਕੇ? ਇਲੈਕਟ੍ਰੋਨਿਕ ਇਫੈਕਟ ਕਰਕੇ। ਇਲੈਕਟ੍ਰੋਨਿਕ ਇਫੈਕਟ ਦੋ ਤਰ੍ਹਾਂ ਦੇ ਹੁੰਦੇ ਨੇ, ਇੰਡਕਟਿਵ ਇਫੈਕਟ ਤੇ ਰੈਜ਼ੋਨੈਂਸ ਇਫੈਕਟ। ਡਿਊ ਟੂ ਥੀਸ ਇਫੈਕਟ ਦ ਫੋਰਸ ਕਾਂਸਟੈਂਟ ਐਂਡ ਦ ਬੌਂਡ ਸਟ੍ਰੈਂਥ ਚੇਂਜ ਵਿਚ ਕਾਜ਼ ਦ ਅਬਜ਼ੌਰਪਸ਼ਨ ਫ੍ਰੀਕੁਐਂਸੀ ਸ਼ਿਫਟ ਫਰੋਮ ਇਟਸ ਨਾਰਮਲ ਵੈਲਿਊ। ਠੀਕ ਹੈ, ਹੁਣ ਇਹਨਾਂ ਦੋਨੋਂ ਇਫੈਕਟ ਕਰਕੇ ਫੋਰਸ ਕਾਂਸਟੈਂਟ ਜਾਂ ਫਿਰ ਬੌਂਡ ਸਟ੍ਰੈਂਥ ਚੇਂਜ ਹੋ ਜਾਂਦੀ ਹੈ। ਬੌਂਡ ਸਟ੍ਰੈਂਥ ਜਾਂ ਫੋਰਸ ਕਾਂਸਟੈਂਟ ਚੇਂਜ ਹੋਣ ਕਰਕੇ ਅਬਜ਼ੌਰਪਸ਼ਨ ਫ੍ਰੀਕੁਐਂਸੀ ਵੀ ਆਪਣੀ ਨਾਰਮਲ ਪੋਜੀਸ਼ਨ ਤੋਂ ਕਿਆ ਹੋ ਜਾਂਦੀ ਹੈ, ਸ਼ਿਫਟ ਹੋ ਜਾਂਦੀ ਹੈ। ਉਸ ਤੋਂ ਬਾਅਦ ਗੱਲ ਕਰਦੇ ਜਿਹੜੇ ਇਲੈਕਟ੍ਰੋਨਿਕ ਇਫੈਕਟ ਦੋ ਤਰ੍ਹਾਂ ਦੇ ਆ। ਪਹਿਲਾ ਹੈਗਾ ਇੰਡਕਟਿਵ ਇਫੈਕਟ। ਉਹ ਕਹਿੰਦੇ ਪ੍ਰੈਜ਼ੈਂਸ ਆਫ ਅਲਕਾਈਲ ਗਰੁੱਪ ਇਨ ਦ ਵਿਸਿਨਿਟੀ ਆਫ ਦ ਪਰਟੀਕੂਲਰ ਗਰੁੱਪ ਕਾਜ਼ ਪਲਸ ਆਈ ਇਫੈਕਟ। ਐਜ਼ ਅ ਰਿਜ਼ਲਟ ਦ bond length of that group lead to increase or the bond strength decrease। ਸੋ ਉਹ ਕਹਿੰਦੇ कि presence of alkyl group in a vicinity of the particular group cause plus I effect।